ਧੰਨ ਵਾਹਿਗੁਰੂ ਜੀ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। अपने छूटन को जतन करो, हम छूटे तुम आराधे। जो हम बांधे मोह फास, हम प्रेम बंधन तुम बांधे। अपने छूटन को जतन करो, हम छूटे तुम आराधे। माधवी जानत हो जैसी तैसी, अब कहाँ करहोगे ऐसी रहा। मीन पकड़ फांक्यो और काट्यो, रांद कियो बहुबानी। खंड खंड कर भोजन कीनो, तऊ न बिसरियो पानी। अपन बाप नाही किसी को, पावन को हर राजा। मोह पटल सब जगत व्याप्यो, भगत नहीं संतापा। कह रविदास भगत एक बाढ़ी, अब एह कास्यों कहिए। जा कारण हम तुम आराधे, सो दुख अजहू सहिए। कह रविदास भगत एक बाढ़ी, अब एह कास्यों कहिए। जा कारण हम तुम आराधे, सो दुख अजहू सहिए। वाहिगुरु जी का खालसा, वाहिगुरु जी की फतेह। गरीब नवाज गुरु ग्रंथ साहिब सतगुरु सच्चे पातशाह महाराज दे सजे होए पावन दरबार दियां हाज़रियां भर रही गुरु सवारी साध संगत जीओ, गुरु महाराज ने अपार बख्शिश कीती है। सतगुरु दी पावन बाणी दे पाठ, गुरबाणी दे कीर्तन गुरु सवारियां पासों आप जी ने बड़े सत्कार प्रेम सहित श्रवण कीते हन। भगत रविदास साहिब जी दी उचारण कीती हुई पावन बाणी विचों गुरु ग्रंथ साहिब महाराज दे अंक नंबर 658 उपर जो पावन शब्द राग सोरठ विच भगत जी का ये पावन दूसरा शब्द है, आप जी ने पाठ के रूप में श्रवण किया है। सोरठ राग विच कुल 7 शब्द बाबा रविदास साहिब महाराज दे दर्ज हैं। हर एक शब्द का अपना एक प्रकरण हुंदा है, टॉपिक है। कुछ शब्द ऐसे हैं जिन्हां विच भगत जी ने अपने मन के
ਜਜ਼ਬਾਤਾਂ ਦਾ, ਮਨ ਦੇ ਵਲਵਲਿਆਂ ਦਾ ਪ੍ਰਗਟਾਓ ਕੀਤਾ ਹੈ। ਇਸ ਤੋਂ ਸਾਨੂੰ ਉਹਨਾਂ ਦੀ ਆਤਮਿਕ ਔਰ ਮਾਨਸਿਕ ਅਵਸਥਾ ਦਾ ਕਿਆਸ ਹੁੰਦਾ ਹੈ। ਇਹ ਤਾਂ ਨਹੀਂ ਕਹਿ ਸਕਦੇ ਆਪਾਂ ਕਿ ਸਾਨੂੰ ਮੁਕੰਮਲ ਰੂਪ ਵਿੱਚ ਪਤਾ ਲੱਗ ਜਾਂਦਾ ਹੈ ਕਿ ਉਹ ਕਿੱਥੇ ਖੜੇ ਹਨ, ਕਿਉਂਕਿ ਸਤਿਗੁਰੂ ਦੀ ਪਾਵਨ ਬਾਣੀ ਦਾ ਇੱਕ ਕਥਨ ਹੈ ਕਿ ਮਹਾਨ ਵਿਅਕਤੀਆਂ ਨੂੰ ਕਥਨ ਕਰਨ ਲਈ ਤੁਹਾਨੂੰ ਉਹਨਾਂ ਦੇ ਮੇਚ ਜਾਂ ਹਾਣ ਦੇ ਹੋਣਾ ਪੈਂਦਾ ਹੈ। ਗੁਰੂ ਨਾਨਕ ਮਹਾਰਾਜ ਕੀ ਹਨ, ਇਸ ਗੱਲ ਦੀ ਵਿਆਖਿਆ ਸਦੀਆਂ ਤੋਂ ਹੋ ਰਹੀ ਹੈ ਤੇ ਹੁੰਦੀ ਰਹੇਗੀ। ਭਗਤ ਕਬੀਰ ਜੀ ਕੀ ਹਨ, ਇਸ ਗੱਲ ਦੀ ਵਿਆਖਿਆ, ਐਕਸਪਲੇਨੇਸ਼ਨ ਹੁੰਦੀ ਰਹੀ ਹੈ। ਉਹਨਾਂ ਦੀ ਪਰਸਨੈਲਿਟੀ ਬਾਰੇ ਵੀ ਹੁੰਦੀ ਹੈ, ਉਹਨਾਂ ਦੀ ਸ਼ਖਸੀਅਤ ਬਾਰੇ ਵੀ ਹੁੰਦੀ ਹੈ, ਉਹਨਾਂ ਦੇ ਵਿਚਾਰਾਂ ਬਾਰੇ, ਉਹਨਾਂ ਦੇ ਉਪਦੇਸ਼ ਬਾਰੇ ਵੀ ਹੁੰਦੀ ਹੈ। ਪਰ ਸਹੀ ਅਰਥਾਂ ਵਿੱਚ ਉਸ ਗੱਲ ਦੀ ਡੂੰਘਾਈ ਨੂੰ ਨਾਪ ਪਾਉਣਾ ਜਾਂ ਇਹ ਕਹਿ ਦੇਣਾ ਕਿ ਜੋ ਕੁਝ ਉਹਨਾਂ ਨੇ ਕਥਿਆ ਮੈਂ ਉਸ ਨੂੰ ਪੂਰਨ ਰੂਪ ਵਿੱਚ ਸਮਝ ਗਿਆ ਹਾਂ ਕਿ ਉਹ ਮਨੋ ਅਵਸਥਾ ਕੀ ਹੈ। ਹਾਂ, ਸ਼ਬਦਾਂ ਦਾ ਭਾਵ ਸਮਝਣਾ ਹੋਰ ਖੇਡ ਹੈ, ਤੇ ਜਿਸ ਮਨੋ ਅਵਸਥਾ ਵਿੱਚ ਜਿਸ ਲੈਵਲ ਉੱਤੇ ਜਾ ਕੇ ਉਹਨਾਂ ਨੇ ਉਹ ਗੱਲ ਕਹੀ ਹੈ, ਉਸ ਲੈਵਲ ਤੱਕ ਪਹੁੰਚ ਕੇ ਉਹਨਾਂ ਸ਼ਬਦਾਂ ਦੇ ਧੁਰ ਅੰਦਰ ਦੇ ਸੱਚ ਨੂੰ ਜੀ ਕੇ ਵੇਖ ਲੈਣਾ, ਇਹ ਸੱਚਮੁੱਚ ਹੀ ਬੜੀ ਅਚੰਭੇ ਵਾਲੀ ਔਰ ਬੜੀ ਵੱਖਰੀ ਗੱਲ ਹੈ, ਕਹਿਣ ਤੋਂ ਬਿਲਕੁਲ ਵੱਖਰੀ ਖੇਡ ਹੈ। ਜਿਸ ਵੇਲੇ ਰੱਬੀ ਪਿਆਰ ਦੀ ਗੱਲ ਭਗਤ ਰਵਿਦਾਸ ਸਾਹਿਬ ਆਪਣੇ ਸ਼ਬਦ ਵਿੱਚ ਕਰਦੇ ਨੇ, ਕਿਉਂਕਿ ਇਹ ਸਮੁੱਚਾ ਸ਼ਬਦ ਦੋ ਲਫ਼ਜ਼ਾਂ ਦੇ ਇਰਦ ਗਿਰਦ ਘੁੰਮਦਾ ਹੈ, ਇੱਕ ਮੋਹ ਤੇ ਦੂਜਾ ਪ੍ਰੇਮ। ਕਮਾਲ ਦੀ ਖੇਡ ਇਹ ਹੈ ਕਿ ਇਹਨਾਂ ਦੋਵਾਂ ਸ਼ਬਦਾਂ ਦੀ ਬੜੀ ਸੁੰਦਰ ਵਿਆਖਿਆ ਇਸ ਮੁਬਾਰਕ ਸ਼ਬਦ ਵਿੱਚ ਭਗਤ ਜੀ ਨੇ ਕੀਤੀ ਹੈ। ਮੋਹ ਵੀ ਇੱਕ ਤਰ੍ਹਾਂ ਦਾ ਪ੍ਰੇਮ ਹੈ, ਪਰ ਮੋਹ ਅਗਿਆਨਤਾ ਦੇ ਵਿੱਚ ਪਾਈ ਹੋਈ ਸਾਂਝ ਹੈ, ਪ੍ਰੇਮ ਸੁਚੇਤ ਰੂਪ ਵਿੱਚ ਪਾਈ ਹੋਈ ਸਾਂਝ ਹੈ। ਮੋਹ ਹਨੇਰੇ ਦੀਆਂ ਟੱਕਰਾਂ ਹਨ ਤੇ ਪ੍ਰੇਮ ਚਾਨਣ ਦੇ ਵਿੱਚ, ਰੌਸ਼ਨੀ ਦੇ ਵਿੱਚ ਪਾਈ ਹੋਈ ਸਾਂਝ ਹੈ। ਜੇ ਇਸ ਨੂੰ ਡਿਫਾਈਨ ਕਰਨਾ ਹੋਵੇ ਤਾਂ ਇੱਕ ਉਦਾਹਰਣ ਲਈ ਜਾ ਸਕਦੀ ਹੈ। ਭਗਤ ਰਵਿਦਾਸ ਸਾਹਿਬ ਜੀ ਦੇ ਜੀਵਨ ਦੀ ਕਹਿ ਲਓ, ਗੁਰੂ ਨਾਨਕ ਮਹਾਰਾਜ ਦੇ ਜੀਵਨ ਦੀ ਕਹਿ ਲਓ, ਭਗਤ ਕਬੀਰ ਸਾਹਿਬ ਦੇ ਜੀਵਨ ਦੀ ਕਹਿ ਲਓ, ਕਿਸੇ ਵੀ ਮਹਾਨ ਸਤਿਪੁਰਖ ਦੇ ਜੀਵਨ ਦੀ ਆਪਾਂ ਉਦਾਹਰਣ ਲੈ ਸਕਦੇ ਹਾਂ। ਗੁਰੂ ਕਲਗੀਧਰ ਸਾਹਿਬ ਦੇ ਜੀਵਨ ਦੀ ਉਦਾਹਰਣ ਲੈ ਲਓ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਜੀਵਨ ਪੜ੍ਹੋ। ਸੰਸਾਰ ਦਾ ਕੌਣ ਵਿਅਕਤੀ ਹੈ ਜੋ ਆਪਣੇ ਨਿੱਜ ਨੂੰ ਪਿਆਰ ਨਹੀਂ ਕਰਦਾ, ਆਪਣੇ ਪਰਿਵਾਰ ਨੂੰ ਪਿਆਰ ਨਹੀਂ ਕਰਦਾ, ਆਪਣੇ ਆਲੇ ਦੁਆਲੇ ਨੂੰ ਪਿਆਰ ਨਹੀਂ ਕਰਦਾ? ਹਰ ਵਿਅਕਤੀ ਇਸ ਮੁਹੱਬਤ ਵਿੱਚ, ਇਸ ਸਾਂਝ ਵਿੱਚ, ਇਸ ਰਿਲੇਸ਼ਨ ਵਿੱਚ ਬੱਝਿਆ ਹੋਇਆ। ਉਹ ਆਪਣੇ ਆਪ ਨੂੰ ਵੀ ਚਾਹੁੰਦਾ ਹੈ, ਆਪਣੇ ਪਰਿਵਾਰ ਨੂੰ ਵੀ ਚਾਹੁੰਦਾ ਹੈ, ਆਪਣੇ ਸਕੇ ਸਹੋਦਰਿਆਂ ਨੂੰ ਵੀ ਚਾਹੁੰਦਾ ਹੈ। ਜਿਸ ਨਾਲ ਉਹਦਾ ਲਗਾਵ ਹੈ ਉਹਨਾਂ ਨੂੰ ਉਹ ਸੇਫ ਰੱਖਣਾ ਚਾਹੁੰਦਾ, ਬਚਾਉਣਾ ਚਾਹੁੰਦਾ ਤੇ ਉਹਨਾਂ ਦਾ ਭਲਾ ਵੀ ਚਾਹੁੰਦਾ ਹੈ। ਹੁਣ ਦੂਜੇ ਪਾਸੇ ਆਈਏ, ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜਿਸ ਵੇਲੇ ਆਪਣੇ ਪਿਤਾ ਦਾ ਕੱਟਿਆ ਹੋਇਆ ਸੀਸ ਵੇਖਦੇ ਹਨ, ਆਪਣੇ ਜਾਨ ਤੋਂ ਪਿਆਰੇ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਆਪਣੀਆਂ ਅੱਖਾਂ ਨਾਲ ਵੀ ਤੱਕਦੇ ਨੇ ਔਰ ਉਹਨਾਂ ਦੀਆਂ ਸ਼ਹਾਦਤਾਂ ਦੀਆਂ ਖਬਰਾਂ ਵੀ ਸੁਣਦੇ ਨੇ। ਜ਼ਰਾ ਕੁ ਆਪਣੇ ਮਨ ਅੰਦਰ ਝਾਤ ਮਾਰ ਕੇ ਵੇਖੀਏ, ਇਹ ਕੋਈ ਅਸੀਂ ਜਿਸ ਵੇਲੇ ਆਮ ਤੌਰ ਤੇ ਇਤਿਹਾਸ ਪੜ੍ਹਦੇ ਹਾਂ ਤੇ ਸਾਨੂੰ ਲੱਗਦਾ ਕੁਝ ਹੋਇਆ ਹੋਣਾ ਹੈ, ਅਸੀਂ ਉਹਨੂੰ ਜਜ਼ਬਾਤੀ ਤੌਰ ਤੇ ਨਹੀਂ ਪੜ੍ਹਦੇ। ਜ਼ਰਾ ਕੁ ਸੋਚ ਕੇ ਵੇਖੋ, ਕਿਸੇ ਨੂੰ ਉੱਪਰੋਂ ਥਲੀ ਬਾਰ-ਬਾਰ ਐਸੀਆਂ ਘਟਨਾਵਾਂ ਵਿੱਚੋਂ ਲੰਘਣਾ ਪਵੇ ਜਿੱਥੇ ਆਪਣਿਆਂ ਦਾ ਵਿਛੋੜਾ ਹੋਵੇ, ਸ਼ਹਾਦਤ ਹੋਵੇ, ਕੁਝ ਨਾ ਕੁਝ ਹੱਥਾਂ ਚੋਂ ਜਾ ਰਿਹਾ ਹੈ, ਕੁਝ ਨਾ ਕੁਝ ਤੁਹਾਡਾ ਵਿਛੜ ਰਿਹਾ ਹੈ, ਕੁਝ ਨਾ ਕੁਝ ਤੁਹਾਡੇ ਤੋਂ ਦੂਰ ਜਾ ਰਿਹਾ ਹੈ। ਔਰ ਇਹ ਕੋਈ ਇੱਕ ਦਿਨ ਦੀ ਜਾਂ ਕੋਈ ਇੱਕ ਅੱਧੀ ਘਟਨਾ ਨਹੀਂ ਹੈ, ਇਹ ਜ਼ਿੰਦਗੀ 'ਚ ਬਾਰ-ਬਾਰ ਘਟ ਰਹੀ, ਕਿਸੇ ਨਾ ਕਿਸੇ ਰੂਪ ਵਿੱਚ ਘਟ ਰਹੀ ਹੈ। ਸਤਿਗੁਰੂ ਸੱਚੇ ਐਸਾ ਨਹੀਂ ਵੀ ਮਹਾਰਾਜ ਨੂੰ ਆਪਣੇ ਪਿਤਾ ਜੀ ਨਾਲ ਮੁਹੱਬਤ ਨਹੀਂ ਹੈ, ਜਾਂ ਉਹਨਾਂ ਸਿੱਖਾਂ ਨਾਲ ਮੁਹੱਬਤ ਨਹੀਂ ਹੈ, ਜਾਂ ਆਪਣੇ ਪੁੱਤਰਾਂ ਨਾਲ ਮੁਹੱਬਤ ਨਹੀਂ ਹੈ, ਜਾਂ ਆਪਣੇ ਘਰ ਨਾਲ, ਪਰਿਵਾਰ ਨਾਲ, ਜਾਂ ਜੋ ਕੁਝ ਵੀ ਸਤਿਗੁਰੂ ਨੇ ਬਣਾਇਆ ਹੈ, ਕਿਲੇ ਬਣਾਏ, ਫੌਜ ਰੱਖੀ, ਸਭ ਕੁਝ, ਪਰ ਇੱਕ ਚੀਜ਼ ਉਹਨਾਂ ਦੀ ਜ਼ਿੰਦਗੀ 'ਚ ਉਹਨਾਂ ਦੇ ਹੱਥੋਂ ਜਾਂਦੀ ਰਹੀ, ਉਹਦਾ ਵਿਛੋੜਾ ਹੁੰਦਾ ਰਿਹਾ, ਉਸ ਤੋਂ ਇੱਕ ਦੂਰੀ ਬਣਦੀ ਰਹੀ, ਉਹਨੂੰ ਕੁਰਬਾਨ ਕਰਨਾ ਪਿਆ, ਉਹਨੂੰ ਤਿਆਗਣਾ ਪਿਆ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਉਹ ਸਾਰੀਆਂ ਚੀਜ਼ਾਂ ਜਿਉਂ-ਜਿਉਂ ਦੂਰ ਜਾਂਦੀਆਂ ਨੇ ਤਾਂ ਰੰਜ ਨਹੀਂ ਹੈ, ਉਹ ਤਕਲੀਫ ਨਹੀਂ ਹੈ ਜਿਹੜੀ ਆਮ ਸਧਾਰਨ ਮਨੁੱਖ ਦੇ ਜੀਵਨ 'ਚ ਹੁੰਦੀ ਹੈ। ਹੁਣ ਜ਼ਰਾ ਭਾਰਤ ਦੇ ਉਸ ਵੇਲੇ ਦਾ ਸਭ ਤੋਂ ਵੱਡਾ ਡਿਕਟੇਟਰ ਕੌਣ ਹੈ? ਔਰੰਗਜ਼ੇਬ। ਔਰੰਗਜ਼ੇਬ ਇੰਨੀ ਤਾਕਤ ਝੋਂਕ ਕੇ ਜਾਂ ਪਹਾੜੀ ਰਾਜੇ ਇੰਨੀ ਤਾਕਤ ਲਾ ਕੇ ਕੀ ਸਿੱਧ ਕਰਨਾ ਚਾਹੁੰਦੇ ਨੇ? ਉਹਨਾਂ ਦੀ ਈਗੋ ਹਰਟ ਹੋਈ, ਜੇ ਆਪਾਂ ਸਿੱਧੇ ਰੂਪ 'ਚ ਕਹਿ ਲਈਏ ਨਾ, ਉਹਨਾਂ ਦੀ ਹਉਮੈ ਨੂੰ ਸੱਟ ਵੱਜੀ। ਕਿਸੇ ਨਾ ਪਹਾੜੀ ਰਾਜਿਆਂ ਦੀ ਹਉਮੈ ਨੂੰ ਵੀ ਸੱਟ ਵੱਜੀ ਹੈ। ਗਵਾਚਾ ਕੁਝ ਨਹੀਂ, ਪਰਿਵਾਰ ਸੇਫ ਨੇ, ਜਿਸ ਉਹ ਪਦਵੀ ਤੇ ਬੈਠੇ ਨੇ ਉਹ ਪਦਵੀਆਂ ਸੇਫ ਨੇ, ਉਹਨਾਂ ਦਾ ਮਾਣ ਸਨਮਾਨ, ਖਾਣ ਪੀਣ, ਰਹਿਣ, ਸਭ ਕੁਝ ਉਹਨਾਂ ਦਾ ਸੇਫ ਹੈ ਹਾਲ ਦੀ ਘੜੀ। ਉਹਨਾਂ ਨੂੰ ਤਾਂ ਕੋਈ ਖਤਰਾ ਨਹੀਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਫੌਜ ਜਾਏਗੀ ਤੇ ਉਹਨਾਂ ਦੇ ਰਾਜ ਖੋਹ ਲਏਗੀ, ਜਾਂ ਰਾਜਿਆਂ ਨੂੰ ਤਖਤਾਂ ਤੋਂ ਲਾਹ ਦੇਏਗੀ, ਜਾਂ ਉਹਨਾਂ ਦੇ ਪੁੱਤਰਾਂ ਦਾ ਕੁਝ ਨੁਕਸਾਨ ਕਰੇਗੀ, ਜਾਂ ਪਰਿਵਾਰ ਦਾ, ਜਾਂ ਕਿਸੇ ਦੇ ਬਾਪ ਦਾ, ਕੁਝ ਐਸਾ ਖਤਰਾ ਨਹੀਂ। ਪਰ ਉਹ ਇਸ ਤਰ੍ਹਾਂ ਰਿਐਕਟ ਕਰ ਰਹੇ ਨੇ ਵੀ ਜਿਵੇਂ ਸਭ ਤੋਂ ਵੱਧ ਖਤਰੇ 'ਚ ਉਹ ਨੇ। ਉਹਨਾਂ ਦਾ ਇਸ ਤਰ੍ਹਾਂ ਦਾ ਵਤੀਰਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਤੀ ਵੀ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਸਭ ਤੋਂ ਵਧੇਰੇ ਖਤਰਾ ਉਹਨਾਂ ਨੂੰ। ਹਾਲਾਂਕਿ ਤਿਆਗਿਆ ਸਾਰਾ ਕੁਝ ਗੁਰੂ ਸਾਹਿਬ ਵੱਲੋਂ ਜਾ ਰਿਹਾ ਹੈ, ਗਵਾਚ ਇੱਧਰੋਂ ਰਿਹਾ, ਛੱਡਿਆ ਇੱਧਰੋਂ ਜਾ ਰਿਹਾ, ਕੁਰਬਾਨੀਆਂ ਇੱਧਰੋਂ ਹੋ ਰਹੀਆਂ ਨੇ, ਪਰ ਸਭ ਤੋਂ ਵੱਧ ਰਿਐਕਟ ਇਸ ਤਰ੍ਹਾਂ ਦਾ ਤਾਕਤਵਰ ਲੋਕ ਕਰ ਰਹੇ ਨੇ ਜਿਨ੍ਹਾਂ ਦੇ ਕੋਲ ਦੁਨਿਆਵੀ ਸਤਹ, ਪਹਾੜੀ ਰਾਜੇ ਹੋਣ, ਚਾਹੇ ਗਵਰਨਰ ਹੋਣ ਥਾਂ ਥਾਂ ਦੇ ਆਲੇ ਦੁਆਲੇ ਦੀਆਂ ਸਟੇਟਾਂ ਦੇ, ਤੇ ਚਾਹੇ ਔਰੰਗਜ਼ੇਬ ਹੋਵੇ। ਤੇ ਸਾਨੂੰ ਬਹੁਤ ਖਤਰਾ, ਸਾਡੇ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਬੜਾ ਖਤਰਾ ਨੇ। ਕਿਉਂ? ਹੋਇਆ ਕੁਝ ਨਹੀਂ, ਉਹਨਾਂ ਦੀ ਇੱਕ ਹਉ ਨੂੰ, ਉਹਨਾਂ ਦੇ ਸਵਾਰਥ ਨੂੰ, ਉਹਨਾਂ ਦੀ ਮਲੀਨ ਬੁੱਧੀ ਨੂੰ ਇੱਕ ਸੱਟ ਪਹੁੰਚੀ ਹੈ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖਤਾ ਦੇ ਭਲੇ ਲਈ ਕਰ ਰਹੇ। ਔਰ ਹਜ਼ੂਰ ਨੂੰ ਪਤਾ ਹੈ ਕਿ ਮੈਂ ਜੋ ਕਰ ਰਿਹਾ ਇਹ ਨਾ ਸੌਖਾ ਨਹੀਂ ਹੋਣਾ, ਇਹ ਕਰਦਿਆਂ ਹੋਇਆ ਜੋ ਇਹਦੀ ਮੈਨੂੰ ਕੀਮਤ ਅਦਾ ਕਰਨੀ ਪੈਣੀ, ਇਹਦੇ ਬਦਲੇ ਵਿੱਚ ਜੋ ਮੈਨੂੰ ਤਿਆਗਣਾ ਪੈਣਾ ਉਹ ਕਿਤੇ ਵਧੇਰੇ ਹੋਣਾ। ਪਰ ਕਮਾਲ ਇਹ ਹੈ ਵੀ ਜਿਨ੍ਹਾਂ ਦਾ ਗਵਾਚਦਾ ਕੁਝ ਨਹੀਂ ਉਹ ਉਬਲੇ ਬੈਠੇ ਹਨ, ਉਹਨਾਂ ਦੇ ਅੰਦਰ ਖਿਝ ਨਾਲ ਭਰੇ ਹੋਏ ਨੇ, ਕ੍ਰੋਧ ਨਾਲ ਸੜੇ ਹੋਏ ਨੇ, ਦਵੈਸ਼ ਨਾਲ ਉਹਨਾਂ ਦੀ ਆਤਮਾ ਕਲਪਦੀ ਹੈ। ਸਭ ਕੁਝ ਹੁੰਦਿਆਂ ਹੋਇਆਂ ਵੀ ਉਹ ਅਸ਼ਾਂਤ ਤੇ ਭਟਕੇ ਹੋਏ ਪ੍ਰਤੀਤ ਹੁੰਦੇ ਨੇ। ਉਹਨਾਂ ਨੂੰ ਵੀ ਮੁਹੱਬਤ ਹੈ ਆਪਣੇ ਸਾਰੇ ਕੁਝ ਨਾਲ ਜੋ ਉਹਨਾਂ ਕੋਲ ਹੈ, ਜੋ ਜਿੱਡਾ ਵੱਡਾ ਅੰਪਾਇਰ ਹੈ ਉਹਨਾਂ ਕੋਲ। ਪਰ ਕਲਗੀਧਰ ਸਾਹਿਬ ਮਹਾਰਾਜ ਨੂੰ ਵੀ ਮੁਹੱਬਤ ਹੈ, ਪਰ ਜਿਸ ਵੇਲੇ ਉਹਨਾਂ ਦੇ ਹੱਥੋਂ, ਉਹਨਾਂ ਦਾ ਤੇ ਯਥਾਰਥ ਸਭ ਕੁਝ ਦਿਸਦੇ ਹੀ ਜਾ ਰਿਹਾ ਹੱਥੋਂ, ਪਿਤਾ ਜੀ ਦਾ ਕੱਟਿਆ ਹੋਇਆ ਸੀਸ ਪਹੁੰਚਦਾ, ਆਨੰਦਪੁਰ ਤੇ ਹਮਲੇ ਹੁੰਦੇ ਨੇ, ਸਤਿਗੁਰੂ ਨੂੰ ਜੰਗਾਂ ਲੜਦੀਆਂ ਪਈਆਂ। ਪਹਿਲੀ ਜੰਗ ਵਿੱਚ ਹੀ ਭੂਆ ਜੀ ਦੇ ਪੁੱਤਰਾਂ ਦੀ ਸ਼ਹਾਦਤ ਹੋ ਗਈ। ਸਤਿਗੁਰੂ ਮਹਾਰਾਜ ਨੇ ਹਰ ਜੰਗ ਵਿੱਚ ਆਪਣੇ ਜਾਂਬਾਜ਼ ਤੇ ਜਾਨ ਤੋਂ ਪਿਆਰੇ ਸਿੱਖ ਕੁਰਬਾਨ ਹੁੰਦੇ ਤੱਕੇ। ਆਨੰਦਪੁਰ ਸਾਹਿਬ ਤੋਂ ਕਈ ਵਾਰ ਜਾਣਾ ਪਿਆ, ਤਬਾਹੀ ਹੋਈ। ਮਹਾਰਾਜ ਦੇ ਲਖਤੇ ਜ਼ਿਗਰ ਦੋ ਹਿੱਸਿਆਂ ਵਿੱਚ ਸ਼ਹਾਦਤ ਦਾ ਜਾਮ ਪੀ ਗਏ, ਦੋ ਅੱਖਾਂ ਸਾਹਮਣੇ ਤੇ ਦੋ ਦੀ ਖਬਰ ਮਹਾਰਾਜ ਨੂੰ ਮਿਲੀ। ਬਿਰਧ ਮਾਤਾ ਜੀ ਦੀ ਸ਼ਹਾਦਤ, ਪਰਿਵਾਰ ਦਾ ਵਿਛੋੜਾ, ਖੁਦ ਨੂੰ ਜੰਗਲਾਂ ਦੇ ਵਿੱਚ ਦੀ ਗੁਜ਼ਰਨਾ ਪਿਆ। ਭਟਕਣਾ ਹੈ ਬਾਹਰੀ ਰੂਪ ਵਿੱਚ ਨਾ, ਤੁਸੀਂ ਵੇਖੋ ਟਿਕ ਕੇ ਫਿਜ਼ੀਕਲੀ ਬੈਠਣ ਵਾਲਾ ਜਿਹੜਾ ਮਾਹੌਲ ਉਹ ਚੰਗੀ ਤਰ੍ਹਾਂ ਬਣ ਨਹੀਂ ਸਕਿਆ। ਹੁਣ ਸਮੇਂ ਦੀ ਸਲਤਨਤ ਇਹ ਸੋਚਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੁਖੀ ਹੋ ਰਿਹਾ, ਅਸੀਂ ਇਹਨਾਂ ਨੂੰ ਦੁੱਖ ਪਹੁੰਚਾਵਾਂਗੇ ਤੇ ਅਸੀਂ ਸੇਫ ਹੋ ਜਾਵਾਂਗੇ। ਦੂਸਰੇ ਨੂੰ ਤਕਲੀਫ ਵਿੱਚ ਲਿਆ ਕੇ ਖੁਦ ਦੀ ਉਹਦੇ ਵਿੱਚੋਂ ਖੁਸ਼ੀ ਤੇ ਸੁੱਖ ਤਲਾਸ਼ ਰਹੇ ਨੇ ਲੋਕ। ਉਹਨਾਂ ਨੂੰ ਲੱਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਭਟਕ ਰਹੇ ਨੇ, ਅਸੀਂ ਇਹਦੇ ਲਈ ਇਹਦੇ ਨਾਲ ਅਸੀਂ ਟਿਕਾ 'ਚ ਬਹਿ ਜਾਣਾ, ਇਹ ਜਿੰਨੇ ਤਕਲੀਫ 'ਚ ਹੋਣਗੇ ਸਾਨੂੰ ਉਨੀ ਖੁਸ਼ੀ ਪ੍ਰਾਪਤ ਹੋਏਗੀ। ਪਰ ਉਲਟਾ ਹੋ ਰਿਹਾ। ਕਿਉਂ? ਉਹਨਾਂ ਲੋਕਾਂ ਦੇ ਜੀਵਨ ਵਿੱਚ ਉਹ ਸਕੂਨ ਨਹੀਂ ਜਿਹੜਾ ਉਹ ਚਾਹੁੰਦੇ ਨੇ ਸਭ ਕੁਝ ਹੁੰਦਿਆਂ ਹੋਇਆਂ ਵੀ, ਕਿਉਂਕਿ ਉਹਨਾਂ ਦਾ ਪ੍ਰੇਮ ਨਹੀਂ ਹੈ, ਉਹ ਮੋਹ ਵਸ ਨੇ। ਉਹ ਹਰ ਇੱਕ ਚੀਜ਼ ਨੂੰ ਸੱਚ ਮੰਨ ਕੇ ਬੈਠੇ ਨੇ। ਮੈਂ ਕੋਸ਼ ਵਿੱਚੋਂ ਡਿਕਸ਼ਨਰੀ ਚੋਂ ਅਰਥ ਪੜ੍ਹ ਰਿਹਾ ਸਾਂ ਮੋਹ ਦੇ, ਉਹਦੇ ਵਿੱਚ ਉਹਨਾਂ ਲਿਖਿਆ ਅਸਤ, ਵਸਤੂ ਨੂੰ ਸਤ ਕਰਕੇ ਮੰਨਣ ਵਾਲਾ ਇਸ ਅਗਿਆਨ ਦਾ ਸ਼ਿਕਾਰ ਮੋਹ ਦੇ ਰੋਗ ਤੋਂ ਪੀੜਤ ਹੈ। ਫਿਰ ਦੁਹਰਾ ਦਿਆਂ, ਅਸਤ ਯਾਨੀ ਕਿ ਖਤਮ ਹੋ ਜਾਣ ਵਾਲੀ ਵਸਤੂ ਨੂੰ ਸਤ ਸਦਾ ਵਾਸਤੇ ਰਹਿਣ ਵਾਲੀ ਹੈ ਇਹ ਮੰਨ ਕੇ ਅਗਿਆਨਤਾ ਦਾ ਹਨੇਰਾ ਢੋਣ ਵਾਲਾ ਬੰਦਾ ਜਿਹੜਾ ਉਹ ਮੋਹ ਦੀ ਬਿਮਾਰੀ ਤੋਂ ਪੀੜਤ ਹੈ। ਉਹਦਾ ਆਤਮਾ ਨਹੀਂ ਮੰਨ ਰਿਹਾ ਸਚਾਈ ਨੂੰ ਵੀ ਇਹਨੇ ਟੁੱਟ ਜਾਣਾ।
ਇਹਨੇ ਖਤਮ ਹੋ ਜਾਣਾ, ਇਹਨੇ ਬਿਖਰ ਜਾਣਾ। ਉਹ ਮੰਨਦਾ ਵੀ ਇਹ ਹੈ ਤੇ ਸਦਾ ਰਹੇਗੀ। ਜਿਸ ਵੇਲੇ ਐਸਾ ਨਹੀਂ ਹੁੰਦਾ ਤੇ ਸਭ ਤੋਂ ਵੱਧ ਤਕਲੀਫ ਉਹਦੇ ਹਿਰਦੇ ਨੂੰ ਪਹੁੰਚਦੀ, ਕਿਉਂਕਿ ਉਹਦਾ ਵਿਸ਼ਵਾਸ ਗਲਤ ਸੀ, ਉਹਦਾ ਮੰਨਣਾ ਗਲਤ ਸੀ। ਉਹ ਸੱਚ ਨੂੰ ਜੀ ਨਹੀਂ ਪਾਇਆ। ਸੱਚ ਬਾਰੇ ਜਾਣਦਾ ਤੇ ਹੈ ਪਰ ਜੀ ਨਹੀਂ ਪਾਇਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲੋਂ ਸਭ ਕੁਝ ਜਾ ਰਿਹਾ, ਫਿਰ ਵੀ ਉਹ ਆਨੰਦ ਨੇ, ਪੁਰ ਸਕੂਨ ਨੇ। ਕਿਉਂ? ਸਮੇਂ ਦੀ ਸਲਤਨਤ ਉਹਨਾਂ ਨੂੰ ਭਟਕਣਾ ਨਹੀਂ ਦੇ ਸਕੀ, ਉਹ ਦੁੱਖ ਨਹੀਂ ਦੇ ਸਕੀ, ਉਹ ਤਕਲੀਫ ਨਹੀਂ ਦੇ। ਕਾਰਨ ਇਹ ਹੈ, ਮੇਰੇ ਹਜ਼ੂਰ ਦੀ ਮੁਹੱਬਤ ਅਗਿਆਨ ਦੇ ਆਸਰੇ ਤੇ ਨਹੀਂ ਟਿਕੀ ਹੋਈ, ਗਿਆਨ ਦੇ ਪ੍ਰਕਾਸ਼ ਵਿੱਚ। ਉਹਨਾਂ ਨੂੰ ਪਤਾ ਹੈ ਚੀਜ਼ ਆ ਰਹੀ ਹੈ, ਆਦਰਯੋਗ ਹੈ, ਇਹਦਾ ਸਤਿਕਾਰ ਹੈ। ਜਾ ਰਹੀ ਹੈ ਤੇ ਵੀ ਇੱਕ ਨਿਯਮ ਹੈ, ਇਹ ਪਰਮੇਸ਼ਰ ਅਕਾਲ ਪੁਰਖ ਦੀ ਰਜ਼ਾ ਹੈ। ਉਹਨਾਂ ਨੇ ਜਿਵੇਂ ਆਈ ਹੋਈ ਚੀਜ਼ ਨੂੰ ਸਵੀਕਾਰ ਕੀਤਾ, ਉਵੇਂ ਜਾਣ ਵਾਲੇ ਨਿਯਮ ਨੂੰ ਵੀ ਸਵੀਕਾਰ ਕੀਤਾ। ਪ੍ਰੇਮ ਵਿੱਚ ਔਰ ਮੋਹ ਵਿੱਚ ਇਤਨਾ ਵੱਡਾ ਫਰਕ ਹੈ, ਇਤਨਾ ਵੱਡਾ, ਦੋਵਾਂ ਚੀਜ਼ਾਂ ਦਾ ਡਿਫਰੈਂਟ ਅਰਥ ਹੈ, ਵੱਖਰਾ ਵੱਖਰਾ। ਬਾਬਾ ਰਵਿਦਾਸ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਪ੍ਰੇਮ ਕਮਾਇਆ, ਔਰ ਉਹ ਪ੍ਰੇਮ, ਇਹ ਪ੍ਰੇਮ ਜਿਹੜਾ ਹੈ, ਇਹ ਜਿਹੜਾ ਸੱਚ ਜਿਹੜਾ ਹੈ, ਇਹ ਪਰਮੇਸ਼ਰ ਦੇ ਹੁਕਮ ਤੇ ਪਰਮੇਸ਼ਰ ਦੇ ਭਾਣੇ ਦੇ ਵਿੱਚ ਇੱਕ ਸੁਰ ਹੋਏ ਬਿਨਾਂ ਨਹੀਂ ਕਮਾਇਆ ਜਾ ਸਕਦਾ। ਔਰ ਉਹਦੀ ਬੜੀ ਬਾ ਕਮਾਲ ਐਕਸਪਲੇਨੇਸ਼ਨ ਉਹਨਾਂ ਨੇ ਸਮੁੱਚੇ ਸ਼ਬਦ ਵਿੱਚ ਦਿੱਤੀ। ਉਹ ਫਰਮਾਉਂਦੇ ਨੇ, ਜੋ ਹਮ ਬਾਂਧੇ ਮੋਹ ਫਾਸ ਹੀ ਮੇਰੇ ਮਾਲਕ ਵਾਹਿਗੁਰੂ। ਪਹਿਲਾਂ ਉਹਨਾਂ ਰਹਾਉ ਦੇ ਬੰਦ ਵਿੱਚ ਕਿਹਾ, ਮਾਧਵੇ ਜਾਣਤ ਹੋ ਜੈਸੀ ਤੈਸੀ। ਤੈਸੀ ਦਾ ਮਤਲਬ ਹੈ ਤਿਹੋ ਜਿਹੀ, ਜਿਹੋ ਜਿਹੀ ਸਾਡੀ ਤੇਰੇ ਨਾਲ ਮੁਹੱਬਤ ਹੈ ਨਾ, ਇਹ ਤੂੰ ਹੀ ਜਾਣਦਾ ਹੈ। ਇਹਨੂੰ ਮੈਂ ਸ਼ਬਦਾਂ ਵਿੱਚ ਬਿਆਨ ਕਰਕੇ ਨਹੀਂ ਦੱਸ ਸਕਦਾ, ਤੈਨੂੰ ਕੋਈ ਦੂਜਾ ਅੰਦਾਜ਼ਿਆਂ ਨਾਲ ਵੀ ਨਹੀਂ ਸਮਝ ਸਕਦਾ। ਜਿਹੜੀ ਮੇਰੀ ਤੇਰੇ ਨਾਲ ਮੁਹੱਬਤ ਹੈ, ਪ੍ਰੇਮ ਹੈ, ਉਹ ਜਿਹੜਾ ਪ੍ਰੇਮ ਦਾ ਭਾਵ ਹੈ, ਉਹਨੂੰ ਮੈਂ ਸ਼ਬਦਾਂ 'ਚ ਖੋਲ ਕੇ ਨਹੀਂ ਕਹਿ ਸਕਦਾ ਵੀ ਕੀ ਹੈ ਉਹ, ਕਿਸ ਤਰ੍ਹਾਂ ਦਾ ਹੈ ਉਹ। ਦੂਜੇ ਤੀਜੇ ਦਾ ਤੇ ਅੰਦਾਜ਼ਾ ਲਾਉਣਾ ਹੀ ਬੜੀ ਦੂਰ ਦੀ ਖੇਡ ਹੈ। ਉਹ ਕੀ ਜਾਣੇ? ਦੂਜੇ ਤੀਜੇ ਮਨੁੱਖ ਨੂੰ ਕੀ ਪਤਾ ਜਿਹੜਾ ਇਸ ਰਾਹ ਦਾ ਪਾਂਧੀ ਹੀ ਨਹੀਂ, ਜਿਹੜਾ ਇਸ ਰਸਤੇ ਦਾ ਮੁਸਾਫਰ ਹੀ ਨਹੀਂ। ਬਾਣੀ ਦੇ ਵਿੱਚ ਸ਼ਬਦ ਆਉਂਦਾ ਸਤਿਗੁਰੂ ਦਾ, ਅੰਮ੍ਰਿਤ ਕੀ ਸਾਰ ਸੋਈ ਜਾਣੈ ਜੇ ਅੰਮ੍ਰਿਤ ਕਾ ਵਪਾਰੀ ਜੀਓ। ਹੁਣ ਜਿਹੜਾ ਮਨੁੱਖ ਦਾ ਵਾਹ ਜਿਸ ਚੀਜ਼ ਨਾਲ ਨਹੀਂ ਹੈ, ਉਸ ਬਾਰੇ ਉਹਦਾ ਭੇਤ ਨਹੀਂ ਜਾਣਦਾ, ਉਸ ਬਾਰੇ ਜੇ ਕਥਨ ਵੀ ਕਰੇਗਾ ਤੇ ਬੜਾ ਹਲਕੇ ਪੱਧਰ ਦਾ ਕਥਨ ਹੋਏਗਾ। ਮਹਾਰਾਜ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਮੰਨੇ ਕੀ ਗਤ ਕਹੀ ਨਾ ਜਾਏ। ਗਤ ਦਾ ਮਤਲਬ ਹੁੰਦਾ ਹੈ ਲੈਵਲ, ਅਵਸਥਾ, ਹਾਲਤ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ, ਜੇ ਉਹ ਕਹਿਣ ਦਾ ਯਤਨ ਵੀ ਕਰੇ ਪਿੱਛੇ ਪੁੱਛਦਾ ਹੈ, ਜੇ ਉਹ ਦਾਵਾ ਕਰੇ ਨਾ ਵੀ ਮੈਂ ਜੋ ਕਿਹਾ ਪਰਫੈਕਟ ਹੈ, ਤਾਂ ਕੀ ਹੋਏਗਾ? ਜੇ ਕਿਤੇ ਉਹਨੂੰ ਬਾਅਦ ਵਿੱਚ ਆਪਣੇ ਕਹਿਣ ਤੋਂ ਬਾਅਦ, ਦਾਵਾ ਕਰਨ ਤੋਂ ਬਾਅਦ ਕਿਤੇ ਸਮਝ ਪੈ ਗਈ ਮਾੜੀ ਮੋਟੀ, ਤਾਂ ਸਭ ਤੋਂ ਵੱਧ ਪਛਤਾਵਾ ਉਹਨੂੰ ਹੀ ਕਰਨਾ ਪਏਗਾ ਵੀ ਮੈਂ ਕਿੱਡਾ ਵੱਡਾ ਦਾਵਾ ਬੰਨ ਰਿਹਾ ਸਾਂ, ਗੱਲ ਵਿੱਚ ਹੋਰ ਸੀ। ਜਿਸ ਨੂੰ ਮੈਂ ਕਹਿ ਰਿਹਾ ਸਾਂ ਵੀ ਪਰਫੈਕਟ ਹੈ, ਮੈਂ ਜੋ ਦੱਸਿਆ ਇਸ ਤੋਂ ਅੱਗੇ ਕੁਝ ਨਹੀਂ ਹੋ ਸਕਦਾ। ਕਾਗਜ਼ ਕਲਮ ਨਾਲ ਲਿਖਣ ਹਾਰ, ਕਿਸੇ ਕਾਗਜ਼ ਦੇ ਉੱਤੇ ਕਲਮ ਦੇ ਨਾਲ ਨਾ ਹੀ ਕੋਈ ਲਿਖਣ ਵਾਲਾ ਹੈ, ਨਾ ਕੋਈ ਲਿਖਣ ਵਾਲਾ, ਨਾ ਕਾਗਜ਼ ਦੀ ਇੱਕ ਦੇ ਉੱਤੇ ਕਲਮ ਨਾਲ ਅੱਖਰਾਂ ਦੇ ਵਿੱਚ ਉਹਨੂੰ ਬਿਆਨ ਕਰਕੇ ਲਿਖਿਆ ਜਾ ਸਕਦਾ। ਕਿਉਂਕਿ ਜਿਹੜਾ ਸ਼ਬਦ ਹੈ ਨਾ, ਲਫ਼ਜ਼ ਹੈ, ਜਿਹੜੇ ਲਫ਼ਜ਼ ਵੀ ਤੁਹਾਡੇ ਜਜ਼ਬਾਤ, ਤੁਹਾਡੇ ਅੰਦਰ ਜਿਹੜੇ ਜੋ ਕੁਝ ਪੈਦਾ ਹੁੰਦੀ ਹੈ ਫੀਲਿੰਗ, ਜੋ ਸਮਝ ਹੈ। ਕਈ ਵਾਰ ਤਾਂ ਆਪਾਂ ਵੇਖਦੇ ਹਾਂ ਵੀ ਜਿੱਡਾ ਸਾਡੇ ਅੰਦਰ ਖਿਆਲ ਫੁਰਨਾ ਪੈਦਾ ਹੋ ਜਾਏ, ਉਹਨੂੰ ਕਹਿਣ ਲਈ ਸਾਡੇ ਕੋਲ ਸ਼ਬਦ ਹੀ ਨਹੀਂ ਹੁੰਦੇ। ਕਈਆਂ ਨੇ ਸ਼ਬਦ ਨਹੀਂ ਕਮਾਏ ਹੁੰਦੇ ਜ਼ਿੰਦਗੀ, ਕਈਆਂ ਨੇ ਸ਼ਬਦ ਬਹੁਤ ਕਮਾਏ ਹੁੰਦੇ। ਉਹਨਾਂ ਕੋਲ ਸ਼ਬਦਾਵਲੀ ਹੈ, ਲਫ਼ਜ਼ਾਂ ਦਾ ਭੰਡਾਰ ਹੈ, ਸ਼ਬਦਾਂ ਦੀ ਖੇਡ ਉਹਨਾਂ ਨੂੰ ਆਉਂਦੀ ਹੈ, ਪਰ ਉਹਨਾਂ ਦੇ ਅੰਦਰ ਕੱਚੇ ਹੁੰਦੇ। ਔਰ ਖੁਦ ਗੁਰਬਾਣੀ ਵਿੱਚ ਸਤਿਗੁਰਾਂ ਨੇ ਬਾਣੀ ਵਿੱਚ ਕਿਹਾ, 52 ਅੱਖਰ ਜੋਰੇ ਆਨ, ਸਕਿਆ ਨਾ ਅੱਖਰ ਏਕ ਪਛਾਨ, ਸਤ ਕਾ ਸ਼ਬਦ ਕਬੀਰਾ ਕਹੈ, ਪੰਡਿਤ ਹੋਏ ਸੋ ਅਨਪੜ੍ਹ ਹੈ। ਉਹ ਤਾਂ ਇੱਥੋਂ ਤੱਕ ਕਹਿੰਦੇ ਨੇ, ਇਹ ਅੱਖਰ ਖਿਰ ਜਾਹੇਂਗੋ, ਇਹ ਅੱਖਰ ਇਲਮੈ ਨਾ ਹੈ। ਉਹ ਇੱਥੋਂ ਤੱਕ ਕਹਿ ਦਿੰਦੇ ਨੇ ਵੀ ਲਫ਼ਜ਼, ਸ਼ਬਦ ਜਿਹੜੇ ਨੇ ਉਹ ਵੀ ਇੱਕ ਲੈਵਲ ਤੇ ਜਾ ਕੇ ਤੁਹਾਡਾ ਸਾਥ ਛੱਡਦੇ, ਤੁਹਾਨੂੰ ਦਾ ਪ੍ਰਤੀਤ ਹੁੰਦੇ ਨੇ ਵੀ ਨਹੀਂ, ਇਹ ਨਿਭ ਨਹੀਂ ਰਹੇ। ਜਦੋਂ ਅਸੀਂ ਪੜ੍ਹਦੇ ਹਾਂ ਨਾ, ਅਸੰਖ ਕਹੈ ਸਿਰ ਭਾਰ ਹੋਏ,
ਕਹਿੰਦੇ हे ਮੇਰੇ ਮਾਲਕ, ਮੈਂ ਤੇਰੀ ਬੇਅੰਤਤਾਈ ਨੂੰ ਬਿਆਨ ਕਰ ਲਈ ਨਾ ਅਸੰਖ ਸ਼ਬਦ ਵਰਤਾਂ, ਫਿਰ ਵੀ ਮੈਨੂੰ ਬੋਝ ਜਿਹਾ ਲੱਗਦਾ ਹੈ ਵੀ ਇਹ ਸ਼ਬਦ ਬੜਾ ਛੋਟਾ ਹੈ, ਇਹ ਪਰਫੈਕਟ ਨਹੀਂ ਹੈ, ਇਹ ਸ਼ਬਦ ਪੂਰਾ ਨਹੀਂ, ਗੱਲ ਨਹੀਂ, ਇਹਦੇ ਰਾਹੀਂ ਵੀ ਗੱਲ ਬਿਆਨ ਨਹੀਂ ਹੋ ਪਾ ਰਹੀ। ਅਸੰਖ ਸ਼ਬਦ ਕਹਿੰਦਿਆਂ ਹੋਇਆਂ ਵੀ ਮੈਨੂੰ ਲੱਗਦਾ ਵੀ ਮੈਂ ਕਿਸੇ ਲਿਮਟ ਵਿੱਚ ਵੱਜ ਕੇ ਗੱਲ ਕਰ ਰਿਹਾ, ਵੀ ਜਿਹੜੇ ਬਾਰੇ ਗੱਲ ਕਰ ਰਿਹਾ ਉਹ ਅਸੰਖ ਤੋਂ ਵੀ ਕਿਤੇ ਪਰੇ ਹੈ ਜੇ ਕੁਝ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਭਾਵ ਦੇ ਵੀ ਬਾਣੀ ਦੇ ਵਿੱਚ ਵਾਕ ਕਹੇ। ਤੋ ਇੱਥੇ ਉਹ ਆਖਦੇ ਨੇ, ਮਾਧਵੇ ਜਾਣਤ ਹੋ ਜੈਸੀ ਤੈਸੀ ਅਬ ਕਹਾ ਕਰੋਗੇ ਐਸੀ। ਹੁਣ ਮੇਰੀ ਤੂੰ ਉਹ ਹਾਲਤ ਨਹੀਂ ਹੋਣ ਦੇਵੇਂਗਾ, ਮੈਨੂੰ ਇਹ ਪੂਰਨ ਯਕੀਨ ਹੈ। ਕਿਹੜੀ ਹਾਲਤ? ਮੈਨੂੰ ਹੁਣ ਪ੍ਰੇਮ ਦੀ ਜ਼ਿੰਦਗੀ ਤੋਂ ਮੋਹ ਦੇ ਜੀਵਨ ਵਿੱਚ ਤੂੰ ਨਹੀਂ ਗਰਕਣ ਦੇਵੇਂਗਾ, ਮੈਨੂੰ ਪਤਾ ਹੈ, ਮੈਨੂੰ ਯਕੀਨ ਹੈ। ਤੇ ਉਹ ਆਰੰਭ ਦੇ ਵਾਕ ਵਿੱਚ ਆਖਦੇ ਨੇ, ਜੋ ਹਮ ਬਾਂਧੇ ਮੋਹ ਫਾਸ। ਉਹ ਵੀ ਜੀਵਨ ਸੀ ਜਦੋਂ ਅਸੀਂ ਮੋਹ ਦੀ ਫਾਈ ਵਿੱਚ ਵੱਜੇ ਹੋਏ ਸਾਂ, ਅਗਿਆਨ ਆਧਾਰਤ, ਅਗਿਆਨ ਦੇ ਆਧਾਰ ਉੱਤੇ, ਅਗਿਆਨ ਦੇ ਬੇਸ ਉੱਤੇ ਸਾਡੀਆਂ ਸਾਂਝਾਂ ਪੜ ਰਹੀਆਂ ਸਨ, ਇਹ ਮੋਹ ਹੈ। ਤੇ ਫਿਰ ਕੀ ਹੋਇਆ? ਹਮ ਪ੍ਰੇਮ ਬੰਧਨ ਤੋਂ ਬਾਂਧੇ। ਅਸੀਂ ਉਹ ਮੋਹ ਦਾ ਖਹਿੜਾ ਤਾਂ ਛਡਾ ਪਾਏ ਕਿਉਂਕਿ ਅਸੀਂ ਤੇਰੇ ਨਾਲ ਪ੍ਰੇਮ ਦਾ ਬੰਧਨ, ਪ੍ਰੇਮ ਦਾ ਰਿਲੇਸ਼ਨ ਕਾਇਮ ਕਰ ਲਿਆ, ਸਾਂਝ ਘੜ ਲਈ, ਤੇ ਤੈਨੂੰ ਅਸੀਂ ਪ੍ਰੇਮ ਦੀ ਡੋਰੀ 'ਚ ਬੰਨ੍ਹ ਲਿਆ। ਮੈਂ ਅੱਗੇ ਇੱਕ ਦਿਨ ਬਾਬਾ ਨਾਮਦੇਵ ਸਾਹਿਬ ਜੀ ਦੀ ਸ਼ਬਦ ਦੀ ਇਹ ਪੰਕਤੀ ਸਾਂਝੀ ਕੀਤੀ ਸੀ, ਜਿਸ ਵਿੱਚ ਉਹਨਾਂ ਨੇ ਫਰਮਾਇਆ, ਉਹ ਕਹਿੰਦੇ ਨੇ, ਮੇਰੀ ਬਾਂਧੀ ਭਗਤ ਛੁਡਾਵੈ, ਬਾਂਧੈ ਭਗਤ ਨਾ ਛੂਟੈ ਮੋਹ। ਏਕ समय मोको गए बंद है, तो फन मोह पे जवाब ना होए। मैं गुण बंद सगल की जीवन, मेरी जीवन मेरे दास। शब्द की आरंभता होंदी है, दास अनिन मेरो निज रूप। अनिन, अनिन शब्द होंदा है ना, अनिन सिख, अनिन दास, अनिन भगत, ये शब्द वरत्या जाता। इसदा मतलब होंदा है, इसदी व्याख्या की गई है विचारवाना वालों, अनिन का भाव है जिस अंदर अपने मालक तो बिना दूजे का ख्याल ही नहीं पैदा होता। उधर जाना तो दूर की गल, उहदे अंदर दूजा संकल्प फुरना ही नहीं पैदा होता। कोई दूजा भी है, उन्हें होर कुछ सोचता ही नहीं एक तो बिना, वो अनिन है। दास अनिन मेरो निज रूप। तो इत्थे फरमाया, कहन लगे, अपने छूटन को जतन करो, हम छूटे तुम्हें आराध। बड़े प्यारे बोल रहे, कहन लगे, मेरे मालक वाहिगुरू, ਹੁਣ ਤੂੰ ਸਾਡੇ ਪ੍ਰੇਮ ਦੇ ਬੰਧਨ ਤੋਂ ਮੁਕਤ ਨਹੀਂ ਹੋ ਸਕਦਾ। ਅਸੀਂ ਤੇ ਹੋ ਗਏ ਮੋਹ ਤੋਂ ਮੁਕਤ ਤੇਰੇ ਨਾਲ ਸਾਂਝ ਪਾ ਕੇ, ਪਰ ਪ੍ਰੇਮ ਦੇ ਇਸ ਸਾਂਝ ਵਿੱਚੋਂ ਤੇਰਾ ਬਾਹਰ ਚਲੇ ਜਾਣਾ, ਜਾਨੀ ਕਿ ਤੇਰੀ ਤੇ ਮੇਰੀ ਇਹ ਪ੍ਰੇਮ ਦੀ ਸਾਂਝ ਟੁੱਟ ਜਾਣੀ, ਇਹ ਪੋਸੀਬਲ ਨਹੀਂ। ਮੋਹ ਤੋਂ ਛੁੱਟ ਜਾਣਾ ਪੋਸੀਬਲ ਸੀ, ਪ੍ਰੇਮ ਦੇ ਜੀਵਨ ਤੋਂ ਛੁੱਟ ਜਾਣਾ ਪੋਸੀਬਲ ਨਹੀਂ ਹੈ ਜੇ ਕਮਾਇਆ ਗਿਆ ਹੋਵੇ ਤਾਂ। ਤਾਈਓ ਕਹਿਣਾ ਹਜ਼ੂਰ ਪੰਚਮ ਪਾਤਸ਼ਾਹ ਨੇ, ਰੱਤੇ ਸਹੀ जे मुख ना मुड़न जिनी समझाता साई। तो गरीब नवाज पातशाह जी बख्शिश करते हैं, हजूर कहते यदि उदाहरण दी, कह लगे, मीन पकर फांक्यो अर काट्यो, रांद कीओ बहुबानी। बहुबानी का मतलब होंदा है कई बनावटां नाल, भी मच्छी हुण पानी दे विच ही पैदा होंदी, पानी उहदा संसार है, पानी चों बाहर कढ लिया तो मर गई। ਹੁਣ ਉਸ ਨੂੰ ਖਾਣ ਵਾਲਿਆਂ ਨੇ ਉਸ ਨੂੰ ਕਈ ਤਰੀਕਿਆਂ ਨਾਲ ਟੁਕੜੇ ਟੁਕੜੇ ਕਰਕੇ, ਖੰਡ, ਖੰਡ ਦਾ ਮਤਲਬ ਹੁੰਦਾ ਹਿੱਸੇ ਕਰ ਕਰਕੇ, ਕਈ ਤਰੀਕਿਆਂ ਨਾਲ ਉਹਨੂੰ ਬਣਾ ਕੇ ਖਾ ਲਿਆ। ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਣੀ। ਹੁਣ ਜਿਹੜਾ ਖਾਣ ਵਾਲਾ ਉਹਦੀ ਤਸੀਰ ਗਰਮ, ਪਾਣੀ 'ਚ ਰਹਿਣ ਵਾਲੀ ਮੱਛੀ ਦੀ ਤਸੀਰ ਗਰਮ, ਤੇ ਖਾਣ ਵਾਲੇ ਨੂੰ ਵੀ ਪਿਆਸ ਲੱਗ ਰਹੀ, ਬਾਰ-ਬਾਰ ਉਹਨੂੰ ਪਿਆਸ ਲੱਗ ਰਹੀ। ਪਾਣੀ 'ਚ ਉਹਨੂੰ ਪਕਾਇਆ ਗਿਆ ਤੇ ਜਿਸ ਨੇ ਖਾਧੀ ਉਹਨੂੰ ਵੀ ਗਰਮੀ ਦੇ ਨਾਲ ਪਿਆਸ ਲੱਗਦੀ ਹੈ, ਟੈਂਪਰੇਚਰ ਬਾਡੀ ਦਾ ਹਾਈ ਹੋ ਜਾਂਦਾ। ਬਾਬਾ ਰਵਿਦਾਸ ਸਾਹਿਬ ਕਹਿੰਦੇ, ਕਮਾਲ ਹੈ, ਇਵੇਂ ਪ੍ਰਤੀਤ ਹੁੰਦਾ ਹੈ ਮਰਨ ਤੋਂ ਬਾਅਦ ਵੀ ਬੰਦੇ ਨੂੰ ਨੇ ਯਾਦ ਕਰਵਾ ਦਿੱਤਾ ਵੀ ਮੇਰਾ ਪਾਣੀ ਨਾਲ ਰਿਲੇਸ਼ਨ ਕੀ ਹੈ, ਮੇਰੀ ਸਾਂਝ ਕੀ ਹੈ। ਪਾਣੀ ਤੋਂ ਬਿਨਾਂ ਉਹ ਜੀ ਨਹੀਂ ਸਕੀ। ਖਾਣ ਵਾਲੇ ਦੇ ਜਿਸਮ ਨੂੰ ਉਸਨੇ ਗਰਮਾਇਸ਼ ਦਿੱਤੀ ਤੇ ਉਹਨੂੰ ਵੀ ਪਾਣੀ ਪੀਣਾ ਪਿਆ। ਔਰ ਇਹ ਬਚਨ ਕਹਿੰਦਿਆਂ ਹੋਇਆਂ ਉਹ ਆਖਦੇ ਨੇ, ਆਪਨ ਬਾਪੈ ਨਾਹੀ ਕਿਸੇ ਕੋ। ਇਹ ਸ਼ਬਦ ਸਿੱਧਤ ਹੈ ਉਹਨਾਂ ਲੋਕਾਂ ਵੱਲ ਜਿਨ੍ਹਾਂ ਨੇ ਪਾਬੰਦੀਆਂ ਆਇਦ ਕੀਤੀਆਂ ਸਨ ਵੀ ਪਰਮੇਸ਼ਰ ਦੇ ਰਾਹ ਤੇ ਚੱਲਣ ਲਈ
ਸਾਡੇ ਤਥਾ ਕਥਿਤ ਪ੍ਰੋਟੋਕਾਲ ਮੰਨਣੇ ਪੈਣਗੇ। ਖਿਆਲ ਵਿੱਚ ਰੱਖਣਾ, ਮੈਂ ਅੱਗੇ ਵੀ ਇੱਕ ਦਿਨ ਬਿਨੈ ਕੀਤੀ ਸੀ ਵੀ ਨਿਯਮ, ਕਾਇਦੇ, ਕਾਨੂੰਨ ਇਹ ਸੰਸਥਾਵਾਂ ਵਾਸਤੇ ਨੇ, ਸਮਾਜਿਕ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਹੁੰਦੇ ਨੇ। ਉਹ ਵੀ ਉਹ ਜਿਹੜੇ ਸਮਾਜ ਨੂੰ ਗਲਤ ਦਿਸ਼ਾ ਵਿੱਚ ਨਾ ਪਾਉਂਦੇ ਹੋਣ, ਕਿਉਂਕਿ ਐਸੇ ਨਿਯਮ ਵੀ ਹੁੰਦੇ ਨੇ ਜਿਹੜੇ ਗਲਤ ਦਿਸ਼ਾ ਵਿੱਚ ਵੀ ਲੈ ਜਾਂਦੇ ਨੇ। ਧਰਮਾਂ ਦੀ ਦੁਨੀਆ ਵਿੱਚ ਵੀ ਨਿਯਮ ਬਣਦੇ ਨੇ, ਮਜ਼ਹਬਾਂ ਦੀ ਦੁਨੀਆ 'ਚ ਨਿਯਮ ਬਣਦੇ ਨੇ, ਧਾਰਮਿਕ ਸੰਸਥਾਵਾਂ ਦੇ ਨਿਯਮ ਬਣਦੇ ਨੇ, ਕੀ ਰੂਲ ਹੋਏ, ਕੀ ਪ੍ਰੋਟੋਕਾਲ ਹੋਏ, ਕੀ ਮਰਿਆਦਾ ਹੋਏ, ਕੀ ਸ਼ਰੀਅਤ ਹੋਏ। ਪਰ ਹੁੰਦਾ ਕੀ ਹੈ, ਧਾਰਮਿਕ ਸ਼੍ਰੇਣੀ ਜਿਹੜੀ ਹੈ ਉਹ ਨਿਯਮ ਨੂੰ, ਕਾਨੂੰਨ ਨੂੰ, ਕਾਇਦੇ ਨੂੰ, ਮਰਿਆਦਾ ਨੂੰ ਇੰਨਾ ਕੁ ਜ਼ਿਆਦਾ ਹਾਈਲਾਈਟ ਕਰਦੀ ਹੈ ਕਿ ਧਰਮ ਦੀ ਫਿਲਾਸਫੀ ਜਿਹੜੀ ਹੈ ਉਹਦਾ ਦਰਜਾ ਦੂਜਾ ਹੋ ਜਾਂਦਾ, ਤੇ ਆਪਣੇ ਸਮਾਜ ਜਾਂ ਆਪਣੇ ਆਪ ਲਈ ਬਣਾਏ ਹੋਏ ਜਿਹੜੇ ਪ੍ਰੋਟੋਕਾਲ ਹੈ ਉਹਨਾਂ ਦਾ ਦਰਜਾ ਪਹਿਲੇ ਨੰਬਰ ਤੇ ਚਲਿਆ ਜਾਂਦਾ। ਉਹਦੇ ਵਿੱਚ ਫਿਰ ਇਹ ਹੁੰਦਾ ਵੀ ਇੱਕ ਦੂਜੇ ਦੇ ਨਿਯਮ ਜਿਹੜੇ ਬਣਾਏ ਹੁੰਦੇ ਨੇ ਉਹਨਾਂ ਨੂੰ ਕੋਈ ਚੰਗਾ ਚਾਹੁੰਦਾ ਹੈ, ਕੋਈ ਨਹੀਂ ਚਾਹੁੰਦਾ, ਫਿਰ ਉਹਦੀ ਵਿਆਖਿਆ ਬਦਲ ਜਾਂਦੀ ਹੈ ਤੇ ਕਈ ਕਿਸਮ ਦੀ ਆਪਸ ਵਿੱਚ ਉਲਝਣ ਖੜੀ ਹੋ ਜਾਂਦੀ। ਸੂਫੀ ਫਕੀਰ ਪਰਮੇਸ਼ਰ ਦੇ ਪਿਆਰੇ ਕਾਜ਼ੀਆਂ ਨੇ ਸ਼ਰੀਅਤ ਦੀ ਭੇਟ ਚਾੜ ਦਿੱਤੇ ਸਨ। ਤੁਸੀਂ ਵੇਖੋ, ਜਿੰਨੇ ਵੀ ਮਹਾਨ ਸਤਿਪੁਰਖਾਂ ਨੂੰ ਸ਼ਹੀਦ ਕੀਤਾ, ਅਸੀਂ ਸਿੱਖ ਇਤਿਹਾਸ ਪੜ੍ਹੀਏ, ਹਰ ਜਗ੍ਹਾ ਤੇ ਕਾਜ਼ੀ ਸ਼ਰ੍ਹਾ ਲੈ ਕੇ ਖੜਾ ਹੈ, ਹਰ ਜਗ੍ਹਾ ਤੇ ਕਾਜ਼ੀ ਸ਼ਰ੍ਹਾ ਲੈ ਕੇ ਖੜਾ ਹੈ। ਉਹਨੂੰ ਲੱਗਦਾ ਸਾਰਾ ਇਸਲਾਮ ਸ਼ਰ੍ਹਾ 'ਚ ਹੈ। ਉਸ ਵੇਲੇ ਉਹਦੇ ਦਿਲ ਦਿਮਾਗ ਉੱਤੇ ਗੱਲ ਨਹੀਂ ਆਉਂਦੀ ਵੀ ਖੁਦਾ ਲਾ ਮਕਾਨ ਲਾ ਸ਼ਰੀਕ ਹੈ। ਉਸ ਵੇਲੇ ਉਹਨੂੰ ਇਹ ਖਿਆਲ ਨਹੀਂ ਆਉਂਦਾ ਵੀ ਪਾਕ ਕੁਰਾਨ ਵਿੱਚ ਲਿਖਿਆ ਹੈ ਅੱਲਾਹ ਤਾਲਾ ਨੇ ਸਾਰੇ ਮਨੁੱਖ ਬਣਾਏ। ਫਿਰ ਉਹਨਾਂ ਮਨੁੱਖਾਂ ਦੀ ਵਿਆਖਿਆ ਜਿਸ ਵੇਲੇ ਕਾਫਰ ਤੇ ਮੋਮਨ ਦੇ ਭੇਦ ਨਾਲ ਕੀਤੀ ਗਈ, ਧਰਮ ਗ੍ਰੰਥ ਨੇ ਕੀਤੀ ਵੀ ਮੋਮਨ ਵੀ ਹੈ ਤੇ ਕਾਫਰ ਵੀ ਹੈ। ਮੋਮਨ ਕੌਣ ਹੈ, ਉਹਦੀ ਡੈਫੀਨੇਸ਼ਨ ਹੈ, ਕਾਫਰ ਕੌਣ ਹੈ, ਉਹਦੀ ਡੈਫੀਨੇਸ਼ਨ ਹੈ। ਮੋਮਨ ਨੂੰ ਇਹ ਪੜ੍ਹਾਇਆ ਗਿਆ ਵੀ ਮੋਮਨ ਕਾਫਰ ਤੇ ਫਤਹ ਹਾਸਲ ਕਰੇ ਤੇ ਸਵਾਬ ਹੋਏਗਾ, ਉਹਨੂੰ ਜੰਨਤ, ਖੁਦਾ ਜੰਨਤ ਅਤਾ ਫਰਮਾਏਗਾ। ਤੇ ਜੇ ਉਹ ਕੁਫਰ ਦਾ ਸਿਰ ਨਾ ਭੰਨ ਸਕਿਆ ਤਾਂ ਹੋ ਸਕਦਾ ਹੈ ਸੰਸਾਰ 'ਚ ਕੁਫਰ ਵੱਧ ਜਾਏ ਤੇ ਮੁਸਲਮਾਨ ਦਾ ਈਮਾਨ ਡਗਮਗਾ ਜਾਏ। ਮੇਰੇ ਈਮਾਨ ਨੂੰ ਖਤਰਾ ਨਾ ਹੋਏ, ਮੇਰੇ ਦੀਨ ਨੂੰ ਖਤਰਾ ਨਾ ਹੋਏ, ਇਸ ਕਰਕੇ ਕਾਫਰ ਮਰਨਾ ਜ਼ਰੂਰੀ ਹੈ। ਵਿਆਖਿਆਵਾਂ ਸਨ ਕਾਜ਼ੀਆਂ ਦੀ, ਦੀਨ ਰਹਿ ਕਿੱਥੇ ਗਿਆ? ਜਦੋਂ ਰੱਬ ਦੇ ਬੰਦੇ ਚੋਂ ਰੱਬ ਹੀ ਨਾ ਨਜ਼ਰ ਆਇਆ ਤੇ ਦੀਨ ਕਿੱਥੇ ਰਹਿ ਗਿਆ? ਫਿਰ ਇਹਦਾ ਮਤਲਬ ਅੱਲਾਹ ਤਾਲਾ ਨੇ ਦੋ ਤਰ੍ਹਾਂ ਦੇ ਬੰਦੇ ਪੈਦਾ ਕਰਕੇ ਖੁਦ ਹੀ ਬੜੀ ਵੱਡੀ ਉਲਝਣ ਖੜੀ ਕਰ ਲਈ। ਉਹ ਸਿਰਜਦਾ ਹੀ ਮੋਮਨ, ਕਾਹਦੇ ਲਈ ਉਹਨੇ ਪਹਿਲਾਂ ਕਾਫਰ ਪੈਦਾ ਕੀਤੇ, ਫਿਰ ਇਹ ਸੰਸਾਰ ਦੇ ਲੋਕਾਂ ਨੂੰ ਸੇਧ ਦੇਣ ਲਈ ਇਹ ਸਾਰਾ ਕੁਝ ਲੰਬਾ ਚੌੜਾ ਸਿਲਸਿਲਾ ਚੱਲ ਗਿਆ। ਤੋ ਇਹ ਜਿਹੜੀ ਚੀਜ਼ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਫਰਮਾਇਆ ਵੀ ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲੈ। ਇੱਥੇ ਹੁਣ ਮਹਾਰਾਜ ਪਾਤਸ਼ਾਹ ਕਹਿੰਦੇ ਆਪਨ ਬਾਪੈ ਨਾਹੀ ਕਿਸੇ ਕੋ, ਪਰਮੇਸ਼ਰ ਕਿਸੇ ਦੇ ਬਾਪ ਦੀ ਜਗੀਰ ਨਹੀਂ, ਕਿਸੇ ਦੇ ਬਾਪ ਦੀ ਜਾਇਦਾਦ ਨਹੀਂ, ਜੱਦੀ ਪੁਸ਼ਤੀ ਜਿਹਦੇ ਉੱਤੇ ਹੱਕ ਅਦਾ ਕੀਤਾ ਜਾਏ, ਦਾਵਾ ਕੀਤਾ ਜਾਏ। ਭਾਵਨ ਕੋਹਰ ਰਾਜਾ, ਗੁਰੂ ਸਾਹਿਬ ਖਾਸ ਤੌਰ ਤੇ ਬਾਬਾ ਰਵਿਦਾਸ ਸਾਹਿਬ ਪਰਮੇਸ਼ਰ ਨੂੰ ਰਾਜਾ ਸ਼ਬਦ ਨਾਲ ਬੜਾ ਯਾਦ ਕਰਦੇ ਨੇ। ਉਹਨਾਂ ਨੂੰ ਲੱਗਦਾ ਵੀ ਬਾਕੀ ਰਾਜੇ ਝੂਠੇ ਨੇ, ਜਿਵੇਂ ਬਾਬਾ ਕਬੀਰ ਸਾਹਿਬ ਕਹਿੰਦੇ ਨਾ, ਇਸ ਸੰਸਾਰ ਵਿੱਚ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਏ। ਇਸ ਲਈ ਕੀ ਹੈ, ਕੋ ਹਰ ਸਮਾਨ ਨਹੀਂ ਰਾਜਾ। ਰਾਜਾ ਸ਼ਬਦ ਇਹ ਵੀ ਵਰਤਦੇ ਨੇ, ਮੇਰਾ ਰਾਜਾ, ਰਾਜਾ ਰਾਮਚੰਦ, ਮੇਰਾ ਪਰਮੇਸ਼ਰ ਅਕਾਲ ਪੁਰਖ ਜਿਹਦਾ ਰਾਜ ਹੈ, ਜਿਹਦੀ ਹਕੂਮਤ ਹੈ, ਅਸੀਂ ਸਾਰੇ ਜਿਹਦੀ ਰਿਆਇਆ, ਜਿਸ ਦਾ ਹੁਕਮ ਫੇਰਿਆ ਨਹੀਂ ਜਾ ਸਕਦਾ। ਔਰ ਕਹਿੰਦੇ ਨੇ ਆਪਨ ਬਾਪੈ ਨਾਹੀ ਕਿਸੇ ਕੋ ਭਾਵਨ ਕੋ, ਭਾਵਨਾ ਦਾ ਮਤਲਬ ਹੈ ਪ੍ਰੇਮ ਦੇ ਵਸ ਹੈ ਉਹ ਪਰਮੇਸ਼ਰ, ਉਹ ਤਾਂ ਪ੍ਰੇਮ ਦੇ ਰਾਹ ਤੇ ਤੁਰ ਕੇ ਪ੍ਰਾਪਤ ਹੁੰਦਾ, ਉਹਦੀ ਸਮਝ ਪੈਂਦੀ ਹੈ, ਉਹਨੂੰ ਜੀਵਿਆ ਜਾਂਦਾ, ਉਹਦਾ ਆਨੰਦ ਲਿਆ ਜਾਂਦਾ, ਉਹਦੇ ਨਾਲ ਸਾਂਝ ਗੰਢੀ ਜਾਂਦੀ ਹੈ। ਕਹਿੰਦੇ ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ, ਮੋਹ ਦਾ ਪਰਦਾ ਸਾਰੀ ਦੁਨੀਆ ਤੇ ਪਿਆ, ਭਗਤ ਇਸੇ ਕਰਕੇ ਇਸ ਸੰਤਾਪ ਤੋਂ ਮੁਕਤ ਹੈ, ਮੋਹ ਦੇ ਪਰਦੇ ਤੋਂ ਮੁਕਤ ਹੈ, ਅਗਿਆਨ ਆਸ਼ਰਿਤ, ਅਗਿਆਨ ਆਧਾਰਿਤ ਸਾਂਝਾਂ ਤੋਂ ਮੁਕਤ ਹੈ, ਉਹ ਗਿਆਨਮਈ ਚੇਤਨਾ ਵਿੱਚ ਸਾਂਝ ਪਾੜਦਾ। ਫਿਰ ਕਹਿੰਦੇ ਨੇ ਅਖੀਰਲੀ ਪੰਕਤੀ ਵਿੱਚ, ਕਹਿ ਰਵਿਦਾਸ ਭਗਤ ਇੱਕ ਬਾਢੀ ਆਬੇ ਕਾਸਿਓ ਕਹੀ ਹੈ। ਹੇ ਰਵਿਦਾਸ ਆਖ, ਜਦੋਂ ਤੋਂ ਭਗਤੀ, ਪ੍ਰੇਮ ਭਗਤੀ, ਰੱਬੀ ਗੁਣਾਂ ਦੀ ਇਬਾਦਤ
ਪਰਮੇਸ਼ਰ ਦੇ ਹੋਣ ਦਾ ਅਹਿਸਾਸ ਰੋਮ ਰੋਮ ਵਿੱਚ ਰਸ ਗਿਆ, ਸੁਰਤ ਵਿੱਚ ਵਸ ਗਿਆ, ਤੇ ਇਹ ਪ੍ਰੀਤ ਵੱਧਦੀ ਹੀ ਜਾ ਰਹੀ ਹੈ ਦਿਨ ਬ ਦਿਨ, ਘਟ ਨਹੀਂ ਰਹੀ। ਫਿਰ ਆਖਦੇ ਨੇ ਆਬੇ ਕਾਸਿਓ ਕਹੀਏ, ਪਰ ਇਹ ਦਸੀਏ ਕਿਹਨੂੰ? ਇਹਦਾ ਮੁਕੰਮਲ ਰੂਪ ਵਿੱਚ ਬਿਆਨ ਕਿਹਨੂੰ ਕਹੀਏ? ਇਹਦਾ ਇੱਕ ਹੋਰ ਭਾਵ ਇਹ ਦੱਸਿਆ ਗਿਆ, ਹੁਣ ਮੈਂ ਕਿਸੇ ਨੂੰ ਲਾਂਭਾ ਨਹੀਂ ਦਿੰਦਾ, ਹੁਣ ਮੈਂ ਕਿਸੇ ਨੂੰ ਲਾਂਭਾ ਨਹੀਂ ਦਿੰਦਾ, ਮੈਂ ਜੋ ਕਰਨਾ ਸੀ ਮੈਂ ਖੁਦ ਕੀਤਾ। ਇਹ ਬੜੀ ਵੱਡੀ ਗੱਲ ਹੈ। ਸਾਨੂੰ ਦਬਾਇਆ ਗਿਆ ਹੈ, ਅਸੀਂ ਸਦੀਆਂ ਤੱਕ ਲਾਂਭੇ ਦਿੰਦੇ ਰਹਾਂਗੇ, ਕਰਾਂਗੇ ਕੁਝ ਵੀ ਨਹੀਂ। ਇਹ ਵੀ ਇੱਕ ਬੜਾ ਵੱਡਾ ਇਫੈਕਟ ਹੈ ਸਾਡੀ ਜ਼ਿੰਦਗੀ ਦੇ ਉੱਤੇ, ਸਾਡੀ ਨਸਲ ਦੇ ਉੱਤੇ, ਵੀ ਇਹ ਕਹੀ ਜਾਣਾ ਵੀ ਸਾਨੂੰ ਹੱਕ ਨਹੀਂ ਦਿੱਤਾ ਰੱਬ ਨੂੰ ਮੰਨਣ ਦਾ। ਇੰਨੇ ਨਾਲ ਤੇ ਗੱਲ ਨਹੀਂ ਬਣੇ, ਹੱਕ ਦੇਵੇਗਾ ਕੋਈ ਨਹੀਂ, ਤੁਹਾਨੂੰ ਰਾਹ ਚੁਣਨਾ ਪਏਗਾ। ਭਗਤਾਂ ਨੇ ਰਾਹ ਚੁਣਿਆ। ਅੱਜ ਵੀ ਅਸੀਂ ਭਗਤ ਸਾਹਿਬਾਨਾਂ ਦੇ ਫਾਲੋਅਰ ਕੀ ਕਰਦੇ ਹਾਂ? ਜਿਨ੍ਹਾਂ ਹੱਕ ਦਬਾਇਆ ਉਹਨਾਂ ਦਾ ਤਰਲਾ ਜਿਹਾ ਹੀ ਲੈਂਦੇ ਆ ਵੀ ਸਾਡਾ ਹੱਕ ਦੱਬਿਆ ਹੈ, ਗਲਤ ਬੰਦੇ ਨੇ, ਗਲਤ ਬੰਦੇ। ਉਹ ਕਹਿੰਦੇ ਠੀਕ ਹੈ, ਇਹ ਤਾਂ ਤੁਸੀਂ ਸਦੀਆਂ ਤੋਂ ਹੀ ਕਹਿ ਰਹੇ ਹੋ, ਤੁਹਾਡੇ ਕੋਲ ਆਪਸ਼ਨ ਕੀ ਹੈ? ਤੁਸੀਂ ਕੀ ਆਪਣੇ ਆਪ ਵਿੱਚ ਤੁਸੀਂ ਕੀ ਕੀਤਾ? ਸਾਨੂੰ ਲਾਂਭਾ ਹੀ ਦਿੱਤਾ, ਸਦੀਆਂ ਤੋਂ ਦਿੱਤਾ, ਠੀਕ ਹੈ ਅਸੀਂ ਕੀਤਾ, ਸਾਡੇ ਕੋਲ ਤਾਕਤ ਸੀ। ਤੁਸੀਂ ਕੀ ਕੀਤਾ? ਤੁਹਾਡੇ ਕੋਲ ਕੀ ਚੋਇਸ ਹੈ, ਕੀ ਆਪਸ਼ਨ ਹੈ, ਤੁਸੀਂ ਕੀ ਕਰ ਸਕਦੇ ਹੋ? ਸਿਰਜੋ ਨਾ ਕੁਝ, ਬਣਾਓ ਕੁਝ। ਭਗਤਾਂ ਨੇ ਬਣਾਇਆ। ਗੁਰੂ ਨਾਨਕ ਮਹਾਰਾਜ ਨੇ ਉਸ ਮਟੀਰੀਅਲ ਨੂੰ ਵਰਤਿਆ ਔਰ ਇੱਕ ਅੰਪਾਇਰ ਖੜਾ ਕਰ ਦਿੱਤਾ, ਪੈਰਾਲਲ, ਬਰਾਬਰ। ਪਰ ਕਮਾਲ ਦੀ ਖੇਡ ਹੈ ਵੀ ਅਸੀਂ ਅੱਜ ਵੀ ਉਹਦੀ ਸਾਰ ਜਾਣਨ ਦੀ ਬਜਾਏ ਉਲਾਂਭੇ ਤੇ ਸ਼ਿਕਵਿਆਂ ਦੇ ਰਾਹ ਦੇ ਉੱਤੇ ਹੀ ਭਾਰਤੀ ਜਨਤਾ ਚੱਲੀ ਹੋਈ ਹੈ। ਅਸੀਂ ਹਮੇਸ਼ਾ ਇਹੀ ਕਹਿੰਦੇ ਹਾਂ, ਦੱਬਿਆਂ ਕੁਚਲਿਆਂ ਨੂੰ ਸਦੀਆਂ ਤੋਂ ਦਬਾਇਆ ਗਿਆ, ਸਾਨੂੰ ਸ਼ੂਦਰ ਬਣਾਇਆ ਗਿਆ, ਸਾਨੂੰ ਨੀਚ ਕਿਹਾ ਗਿਆ। ਵੇਖੋ ਸਾਡੇ ਨਾਲ ਅੱਜ ਵੀ ਇਸ ਤਰ੍ਹਾਂ ਵਿਤਕਰਾ ਹੁੰਦਾ। ਜਿਹੜਾ ਗੁਰੂ ਨਾਨਕ ਨੇ ਸੇਫ ਕਿਲਾ ਦਿੱਤਾ ਉਹ ਤਾਂ ਅਸੀਂ ਛੱਡਦੇ ਤੁਰੇ ਜਾ ਰਹੇ ਹਾਂ। ਗੁਲਾਮੀ ਉਹ ਤਾਂ ਫਿਰ ਉਹਨਾਂ ਦਾ ਕੰਮ ਤਾਂ ਸੌਖਾ ਹੋ ਗਿਆ ਨਾ। ਜੋ ਕੁਝ ਗੁਰੂ ਸਾਹਿਬਾਨਾਂ ਨੇ, ਭਗਤ ਸਾਹਿਬਾਨਾਂ ਨੇ ਸਿਰਜਿਆ, ਕੀ ਬੁੱਤ ਪ੍ਰਸਤੀ ਅੱਜ ਅਸੀਂ ਨਹੀਂ ਕਰਦੇ? ਉਹ ਸਾਰੀਆਂ ਰਸਮਾਂ ਰੀਤਾਂ, ਉਹ ਵਿਪਰਵਾਦ, ਉਹੀ ਮਾਇਆ ਜਾਲ, ਉਹੀ ਸਾਡੀਆਂ ਸੁਰਤਾਂ ਤੇ ਸਾਡੇ ਵਿਹਾਰ, ਸਾਡੇ ਕਰਮਾਂ ਵਿੱਚ ਉਸੇ ਤਰ੍ਹਾਂ ਹੀ ਅਸੀਂ ਮੁਕਤ ਕਿਵੇਂ ਹੋਵਾਂਗੇ? ਡੋਜ਼ ਉਹਨਾਂ ਦੀ ਸਾਨੂੰ ਹਰ ਵੇਲੇ ਮਿਲ ਰਹੀ ਹੈ। ਅਸੀਂ ਗੁਰਬਾਣੀ ਤੇ ਗੁਰਮਤਿ ਤੇ ਉਹ ਵਿਰਾਸਤ ਜਿਹੜੀ ਹੈ ਉਸ ਨਾਲ ਆਤਮਿਕ ਔਰ ਮਾਨਸਿਕ ਤੌਰ ਤੇ ਅਜੇ ਵੀ ਮੁਕੰਮਲ ਰੂਪ ਵਿੱਚ ਨਹੀਂ ਜੁੜੇ, ਜਿਹੜੀ ਸਾਨੂੰ ਭਗਤ ਸਾਹਿਬਾਨਾਂ ਨੇ ਬਖਸ਼ਿਸ਼ ਕੀਤੀ। ਤੋ ਇੱਥੇ ਉਹ ਫਰਮਾਉਂਦੇ ਨੇ, ਆਬੇ ਕਾਸਿਓ ਕਹੀਐ ਜਾ ਕਾਰਨ ਹਮ ਤੁਮੇ ਆਰਾਧੇ ਸੋ ਦੁਖ ਅਜਹੂ ਸਹੀਏ। ਇਹ ਮੇਰੇ ਮਾਲਕ ਵਾਹਿਗੁਰੂ, ਜਿਸ ਕਾਰਨ ਮੈਂ ਤੈਨੂੰ ਆਰਾਧਿਆ, ਕਿਸ ਕਾਰਨ? ਮੋਹ ਦੀ ਫਾਈ ਤੋਂ ਛੁੱਟਣ ਲਈ। ਸੋ ਦੁੱਖ ਅਜਹੂ ਸਹੀਏ। ਹੁਣ ਉਹ ਦੁੱਖ ਮੇਰੀ ਜ਼ਿੰਦਗੀ ਵਿੱਚ ਨਹੀਂ ਰਿਹਾ। ਮੇਰੀ ਮਿਹਨਤ, ਮੇਰੀ ਘਾਲਣਾ, ਮੇਰਾ ਸੰਘਰਸ਼ ਸਫਲ ਹੋ ਗਿਆ। ਗਰੀਬ ਨਵਾਜ਼ ਕਿਰਪਾ ਕਰਨ, ਇਸ ਮੁਬਾਰਕ ਸ਼ਬਦ ਦਾ ਜੋ ਉਪਦੇਸ਼ ਹੈ ਉਹ ਸਾਡੇ ਸਭਨਾਂ ਦੇ ਜੀਵਨ ਦਾ ਆਧਾਰ, ਆਸਰਾ ਬਣੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।